ਪੰਜਾਬੀ ਭਾਸ਼ਾ ਦੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ। ਅਸੀਂ ਪੜ੍ਹ ਰਹੇ ਹਾਂ ਅਰਸਤੂ ਤੇ ਅਰਸਤੂ ਦਾ ਅੱਜ ਅਸੀਂ ਪੜ੍ਹਾਂਗੇ ਮਹਾਂਕਾਵ। ਜਿਵੇਂ ਪਹਿਲਾਂ ਮੈਂ ਤੁਹਾਨੂੰ ਅਨੁਕਰਨ, ਵਿਰੇਚਨ ਤੇ ਤਰਾਸਦੀ ਬਾਰੇ ਦੱਸਿਆ, ਬਿਲਕੁਲ ਇਸੇ ਤਰ੍ਹਾਂ ਅੱਜ ਅਸੀਂ ਬਹੁਤ ਸਰਲ ਜਿਹੇ ਤਰੀਕੇ ਨਾਲ ਅਰਸਤੂ ਦੇ ਮਹਾਂਕਾਵ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਤਾਂ ਦੋਸਤੋ, ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਦੱਸ ਦੇਵਾਂ ਕਿ ਮਹਾਂਕਾਵ ਸਾਡੇ ਸਿਲੇਬਸ ਦੇ ਵਿੱਚ ਦੋ ਤਰ੍ਹਾਂ ਦਾ ਹੈ। ਇੱਕ ਮਹਾਂਕਾਵ ਜਿਹੜਾ ਭਾਰਤੀ ਕਾਵਿ ਸ਼ਾਸਤਰ ਦੇ ਨਾਲ ਸੰਬੰਧਿਤ ਹੈ, ਅਤੇ ਜਿਹੜੇ ਅਸੀਂ ਇਸ ਮਹਾਂਕਾਵ ਦੀ ਗੱਲ ਕਰ ਰਹੇ ਹਾਂ ਇਹ ਯੂਨਾਨੀ ਕਾਵਿ ਸ਼ਾਸਤਰ ਦੇ ਨਾਲ ਸੰਬੰਧਿਤ ਹੈ, ਜਿਹੜਾ ਅਰਸਤੂ ਨੇ ਦੱਸਿਆ ਸੀ, ਜਿਹੜਾ ਅਰਸਤੂ ਦੇ ਸਮੇਂ ਵਿੱਚ ਲਿਖਿਆ ਜਾਂਦਾ ਸੀ, ਜਾਂ ਜਿਹੜਾ ਯੂਨਾਨੀ ਦੀ ਭਾਸ਼ਾ ਦੇ ਵਿੱਚ ਯੂਨਾਨੀ ਭਾਸ਼ਾ ਦੇ ਵਿੱਚ ਜਿਹੜਾ ਲਿਖਿਆ ਜਾਂਦਾ ਸੀ, ਉਸ ਬਾਰੇ ਜਿਹੜੀ ਅਰਸਤੂ ਨੇ ਗੱਲਬਾਤ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਸਪਸ਼ਟ ਜਿਹੀ ਗੱਲ ਇਹ ਹੈ ਕਿ ਅਰਸਤੂ ਨੇ ਮਹਾਂਕਾਵ ਬਾਰੇ ਕੋਈ ਜ਼ਿਆਦਾ ਸਪਸ਼ਟ ਰੂਪ ਦੇ ਵਿੱਚ ਨਹੀਂ ਲਿਖਿਆ ਹੈ, ਬਲਕਿ ਖਿੰਡੇ ਪੁੰਡੇ ਰੂਪ ਦੇ ਵਿੱਚ ਉਹਨੇ ਸਾਨੂੰ ਮਹਾਂਕਾਵ ਬਾਰੇ ਜਾਣਕਾਰੀ ਦਿੱਤੀ ਹੈ। ਪਰ ਫਿਰ ਵੀ ਅਸੀਂ ਉਸਦੀ ਪੋਇਟਿਕਸ ਨਾਮ ਦੀ ਕਿਤਾਬ ਦੇ ਵਿੱਚ ਜੋ ਵੀ ਮਹਾਂਕਾਵ ਬਾਰੇ ਜਾਣਕਾਰੀ ਹੈ ਉਸ ਨੂੰ ਅਸੀਂ ਇਕੱਠਾ ਕਰਕੇ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਤੁਹਾਨੂੰ ਮੈਂ ਫਿਰ ਉਹੀ ਵਾਰ-ਵਾਰ ਯਾਦ ਕਰਵਾ ਦੇਵਾਂ ਕਿ ਤੁਸੀਂ ਆਪਦੇ ਨੋਟਸ ਜ਼ਰੂਰ ਬਣਾਓ, ਅਤੇ ਨਾਲ ਦੀ ਨਾਲ ਅਰਸਤੂ ਦੀਆਂ ਜੇਕਰ ਤੁਸੀਂ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜਾ ਕੇ ਜ਼ਰੂਰ ਦੇਖੋ। ਅਤੇ ਇੱਕ ਹੋਰ ਮੈਂ ਰਿਮਾਈਂਡ ਤੁਹਾਨੂੰ ਕਰਵਾ ਦੇਵਾਂ ਕਿ ਤੁਸੀਂ ਆਪਣੀ ਤਿਆਰੀ ਜਿਹੜੀ ਆ ਉਹ ਲਗਾਤਾਰ ਕਰਦੇ ਰਹੋ। ਜਿਹੜੇ ਵਿਦਿਆਰਥੀ ਲਗਾਤਾਰ ਤਿਆਰੀ ਅਤੇ ਰਿਵੀਜ਼ਨ ਕਰਦੇ ਰਹਿਣਗੇ ਉਹ ਬਹੁਤ ਹੀ 100% ਗਰੰਟੀ ਦੇ ਨਾਲ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਹਾਂ ਕਿ ਉਹ ਨੈੱਟ ਦਾ ਪੇਪਰ JRF ਜ਼ਰੂਰ ਪਾਸ ਕਰ ਜਾਣਗੇ। ਪਰ ਜੇਕਰ ਤੁਸੀਂ ਸਿਰਫ ਟਾਈਮ ਪਾਸ ਕਰੋਗੇ ਤਾਂ ਫਿਰ ਕਈ ਵਾਰ ਜ਼ਿੰਦਗੀ ਵੀ ਸਾਡੇ ਨਾਲ ਟਾਈਮ ਪਾਸ ਕਰ ਜਾਂਦੀ ਹੈ। ਤਾਂ ਇਸ ਕਰਕੇ ਤੁਸੀਂ ਆਪਣਾ ਜਿਹੜਾ ਵੀ ਟੀਚਾ ਮਿਥਿਆ ਹੋਇਆ ਹੈ ਉਸ ਨੂੰ ਪੱਕੇ ਇਰਾਦੇ ਦੇ ਨਾਲ ਅਤੇ ਲਗਾਤਾਰਤਾ ਦੇ ਨਾਲ ਕਰਦੇ ਰਹੋ। ਤਾਂ ਅਸੀਂ ਹੁਣ ਸ਼ੁਰੂ ਕਰਦੇ ਹਾਂ ਮਹਾਂਕਾਵ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਉਸ ਦਾ ਜਿਹੜਾ ਵਰਣਨ ਹੈ ਉਹ ਅਰਸਤੂ ਨੇ ਕਿੱਥੇ ਕੀਤਾ ਹੈ। ਤਾਂ ਵਰਣਨ ਉਹਦਾ ਕੀਤਾ ਹੈ ਪੋਇਟਿਕਸ ਦੇ 22ਵੇਂ ਅਤੇ 24ਵੇਂ ਭਾਗ ਦੇ ਵਿੱਚ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਕਿਉਂਕਿ ਪ੍ਰਸ਼ਨ ਆ ਜਾਂਦਾ ਹੁੰਦਾ ਕਿ ਪੋਇਟਿਕਸ ਦੇ ਕਿੰਨਵੇਂ ਭਾਗ ਦੇ ਵਿੱਚ ਮਹਾਂਕਾਵ ਦਾ ਵਰਣਨ ਹੋਇਆ। ਤਾਂ ਇਹ ਹੋਇਆ ਹੈ ਜੀ 22ਵੇਂ ਅਤੇ 24ਵੇਂ ਭਾਗ ਦੇ ਵਿੱਚ। ਇਸ ਤੋਂ ਬਾਅਦ ਅਸੀਂ ਪਹਿਲਾਂ ਮੈਂ ਤੁਹਾਨੂੰ ਮੋਟਾ ਦੱਸ ਦੇਵਾਂ ਕਿ ਮਹਾਂਕਾਵ ਹੁੰਦਾ ਕੀ ਹੈ, ਫਿਰ ਅਸੀਂ ਅਰਸਤੂ ਦੀ ਪਰਿਭਾਸ਼ਾ ਜਾਣਾਂਗੇ। ਮਹਾਂਕਾਵ ਦਾ ਮਤਲਬ ਜੇ ਸਧਾਰਨ ਜਿਹੇ ਸ਼ਬਦਾਂ ਵਿੱਚ ਅਸੀਂ ਲੈਣਾ ਹੋਵੇ ਤਾਂ ਉਹ ਹੈ ਇੱਕ ਲੰਮੀ ਬਿਰਤਾਂਤਕ ਕਵਿਤਾ, ਕਿ ਇੱਕ ਬਹੁਤ ਲੰਮੀ ਕਵਿਤਾ ਜਿਹੜੀ ਲਗਭਗ ਇੱਕ ਕਿਤਾਬ ਦੇ ਬਰਾਬਰ ਵੀ ਹੋ ਸਕਦੀ ਹੈ। ਉਸ ਦੇ ਵਿੱਚ ਇੱਕ ਬਿਰਤਾਂਤਕ ਦਾ ਭਾਵ ਇਹ ਹੈ ਕਿ ਉਹਦੇ ਵਿੱਚ ਕੋਈ ਕਹਾਣੀ ਚੱਲਦੀ ਹੋਣੀ ਚਾਹੀਦੀ ਹੈ ਕਿਸੇ ਨਾਇਕ ਦੀ। ਠੀਕ ਹੈ, ਕਿਉਂਕਿ ਕਵਿਤਾਵਾਂ ਆਮ ਤੌਰ 'ਤੇ ਜਿਹੜੀਆਂ ਅਸੀਂ ਅੱਜ ਕੱਲ੍ਹ ਪੜ੍ਹਦੇ ਹਾਂ ਉਹਨਾਂ 'ਚ ਜ਼ਰੂਰੀ ਨਹੀਂ ਕਿ ਕੋਈ ਕਹਾਣੀ ਹੋਵੇ, ਉਹ ਸਾਡੇ ਭਾਵ ਬਿਆਨ ਕਰਦੀਆਂ ਹੁੰਦੀਆਂ। ਪਰ ਮਹਾਂਕਾਵ ਦੇ ਵਿੱਚ ਇੱਕ ਕਹਾਣੀ ਜਿਹੜੀ ਆ ਉਹ ਚੱਲਦੀ ਹੋਣੀ ਜ਼ਰੂਰੀ ਹੈ। ਲੰਮੀ ਬਿਰਤਾਂਤਕ ਕਵਿਤਾ ਨੂੰ ਅਸੀਂ ਮਹਾਂਕਾਵ ਕਹਿੰਦੇ ਹਾਂ। ਤਾਂ ਹੁਣ ਅਸੀਂ ਜਾਣਾਂਗੇ ਕਿ ਅਰਸਤੂ ਨੇ ਮਹਾਂਕਾਵ ਦੀ ਕੀ ਪਰਿਭਾਸ਼ਾ ਲਿਖੀ ਹੈ। ਅਰਸਤੂ ਨੇ ਲਿਖਿਆ ਹੈ ਕਿ ਮਹਾਂਕਾਵ ਕਾਵ ਅਨੁਕ੍ਰਿਤੀ ਦਾ ਅਜਿਹਾ ਭੇਦ ਹੈ ਜਿਸ ਦਾ ਰੂਪ ਬਿਰਤਾਂਤਕ ਹੋਵੇ। ਕਾਵ ਅਨੁਕ੍ਰਿਤੀ ਦਾ ਮਤਲਬ ਕਿ ਕਵਿਤਾ ਦੇ ਰੂਪ 'ਚ ਜਿਹਦਾ ਅਨੁਕਰਨ ਹੋਇਆ ਹੋਵੇ। ਦੁਬਾਰਾ ਪੜ੍ਹਦੀ ਹਾਂ ਮੈਂ। ਮਹਾਂਕਾਵ ਕਾਵ ਅਨੁਕ੍ਰਿਤੀ ਦਾ ਅਜਿਹਾ ਭੇਦ ਹੈ ਜਿਸ ਦਾ ਰੂਪ ਬਿਰਤਾਂਤਕ ਹੋਵੇ, ਜਿਸ ਵਿੱਚ ਇੱਕੋ ਛੰਦ ਦਾ ਪ੍ਰਯੋਗ ਕੀਤਾ ਗਿਆ ਹੋਵੇ, ਜਿਸ ਦੀਆਂ ਹੱਦਾਂ ਜਿਹੜੀਆਂ ਵਿਸਤ੍ਰਿਤ ਹੋਣ ਅਤੇ ਅਨੇਕ ਘਟਨਾਵਾਂ ਦੇ ਉਚਿਤ ਸਮਾਵੇਸ਼ ਦੇ ਕਾਰਨ ਸੰਘਣੇਪਣ ਅਤੇ ਵਿਡੱਤਨ ਨਾਲ ਯੁਕਤ ਹੋਵੇ। ਤਾਂ ਇਹ ਪਰਿਭਾਸ਼ਾ ਜਿਹੜੀ ਹੈ ਤੁਸੀਂ ਆਪਣੀਆਂ ਕਾਪੀਆਂ 'ਤੇ ਲਿਖ ਵੀ ਲੈਣੀ ਹੈ ਤਾਂ ਕਿ ਤੁਹਾਨੂੰ ਯਾਦ ਰਵੇ। ਤਾਂ ਹੁਣ ਅਸੀਂ ਇਸੇ ਪਰਿਭਾਸ਼ਾ ਦਾ ਹੀ ਜਿਹੜਾ ਵਿਸਥਾਰ ਆ ਉਸ ਵੀਡੀਓ ਦੇ ਵਿੱਚ ਵੇਖਾਂਗੇ। ਤਾਂ ਕੁਝ ਜਿਹੜੀਆਂ ਯਾਦ ਰੱਖਣ ਵਾਲੀਆਂ ਗੱਲਾਂ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ, ਉਹਨਾਂ ਦੇ ਵਿੱਚੋਂ ਸੱਚਮੁੱਚ ਪ੍ਰਸ਼ਨ ਬਣ ਜਾਂਦੇ ਆ ਤਾਂ ਫਿਰ ਕਈ ਵਾਰੀ ਅਸੀਂ ਇਗਨੋਰ ਕਰਦੇ ਹਾਂ, ਤਾਂ ਉਸ ਦਾ ਸਾਨੂੰ ਪਛਤਾਵਾ ਹੁੰਦਾ। ਤਾਂ ਹੁਣ ਜਿਹੜੀ ਮੇਨ ਗੱਲ ਯਾਦ ਕਰਨ ਵਾਲੀ ਆ ਉਹ ਅੱਗੇ ਹੈ ਕਿ ਅਰਸਤੂ ਨੇ ਮਹਾਂਕਾਵ ਦੇ 4 ਮੂਲ ਤੱਤ ਦੱਸੇ ਆ। ਤਾਂ ਤੁਸੀਂ ਹੁਣ ਇਹ ਵੀਡੀਓ ਦੇ ਵਿੱਚ ਕਮੈਂਟ 'ਚ ਇਹ ਵੀ ਦੱਸਣਾ ਕਿ ਤਰਾਸਦੀ ਦੇ ਉਸਨੇ ਕਿੰਨੇ ਤੱਤ ਦੱਸੇ ਆ, ਅਤੇ ਕੀ ਤਰਾਸਦੀ ਅਤੇ ਮਹਾਂਕਾਵ ਦੇ ਇੱਕੋ ਜਿਹੇ ਤੱਤ ਹੈ। ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਹੋਊਗੀ ਉਹਨਾਂ ਨੂੰ ਬਿਲਕੁਲ ਪਤਾ ਲੱਗ ਜੂਗਾ ਕਿ ਹਾਂ ਕਿ ਨਾ। ਸੋ ਕਿਹੜੇ 4 ਤੱਤ ਦੱਸੇ ਆ? ਕਥਾਨਕ, ਪਾਤਰ, ਵਿਚਾਰ ਤੱਤ ਅਤੇ ਪਦ ਰਚਨਾ ਵੀ ਜਿਸ ਨੂੰ ਕਹਿ ਦਿੰਦੇ ਆ ਜਾਂ ਪਦਾਵਲੀ ਵੀ ਕਹਿ ਦਿੰਦੇ ਆ। ਤਾਂ ਅੱਗੇ ਅਸੀਂ ਹੁਣ ਪੜ੍ਹਾਂਗੇ ਜੀ ਕਿ ਮਹਾਂਕਾਵ ਦਾ ਉਦੇਸ਼ ਕੀ ਹੈ, ਵੀ ਮਹਾਂਕਾਵ ਕਿਉਂ ਲਿਖਣਾ ਚਾਹੀਦਾ ਹੈ ਅਰਸਤੂ ਦੇ ਅਨੁਸਾਰ। ਅਰਸਤੂ ਕਹਿੰਦਾ ਕਿ ਮਹਾਂਕਾਵ ਦਾ ਪ੍ਰਯੋਜਨ ਵੀ ਤਰਾਸਦੀ ਦੇ ਪ੍ਰਯੋਜਨ ਵਾਂਗ ਕਰੁਣਾ, ਤਰਾਸ ਆਦਿ ਮਨੋਭਾਵਾਂ ਨੂੰ ਉਤੇਜਿਤ ਕਰਨਾ ਅਤੇ ਫਿਰ ਇਹਨਾਂ ਦਾ ਵਿਰੇਚਨ ਕਰਕੇ ਪਾਠਕ ਨੂੰ ਆਨੰਦ ਦੇਣਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤਰਾਸਦੀ ਦੇ ਵਿੱਚ ਉਹ ਕਹਿੰਦਾ ਹੈ ਕਿ ਸਾਡੇ ਅੰਦਰੋਂ ਡਰ, ਕਰੁਣਾ, ਤਰਾਸ ਦੇ ਭਾਵ ਜਗਾ ਕੇ, ਸਾਨੂੰ ਰਵਾ ਕੇ, ਹਸਾ ਕੇ ਸਾਡੇ ਮਨ 'ਚੋਂ ਵਿਰੇਚਨ ਕਰ ਦੇਣਾ ਬੁਰੀਆਂ ਭਾਵਨਾਵਾਂ ਦਾ, ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ। ਠੀਕ ਹੈ, ਤਾਂ ਹੁਣ ਅਸੀਂ ਕਰਾਂਗੇ ਜੀ ਇਸ ਦੇ ਅੰਗਾਂ ਦੀ ਵਿਆਖਿਆ ਕਿ
ਅਰਸਤੂ ਅਨੁਸਾਰ ਅਰਸਤੂ ਅਨੁਸਾਰ ਜਿਹੜੇ ਮਹਾਂਕਾਵ ਦੇ ਤੱਤ ਹੈ ਉਹ ਕਿੰਨੇ ਆ 4। ਤਾਂ ਹੁਣ ਅਸੀਂ ਚਾਰਾਂ ਨੂੰ ਵੱਖ-ਵੱਖ ਤਰੀਕੇ ਨਾਲ ਪੜ੍ਹਾਂਗੇ। ਤਾਂ ਇਹਨਾਂ ਚਾਰਾਂ ਦਾ ਤਰਾਸਦੀ ਵਾਲੇ ਅੰਗਾਂ ਦੇ ਨਾਲੋਂ ਫਰਕ ਹੋਊਗਾ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਵੀ ਕਥਾਨਕ। ਤਾਂ ਕਥਾਨਕ ਬਾਰੇ ਇੱਥੇ ਪੜ੍ਹਨ ਤੋਂ ਪਹਿਲਾਂ ਮੈਂ 2 ਗੱਲਾਂ ਤੁਹਾਨੂੰ ਦੱਸ ਦੇਵਾਂ ਕਿ ਉਸਨੇ ਇਹ ਦੱਸਿਆ ਕਿ ਜਿਸ ਤਰ੍ਹਾਂ ਜਿਹੜੀ ਤਰਾਸਦੀ ਆ ਅਸੀਂ ਉਹਦੇ ਵਿੱਚ ਪੜ੍ਹਿਆ ਸੀ ਕਿ ਤਰਾਸਦੀ ਦਾ ਕਥਾਨਕ ਉਹਨੇ ਕਿਹਾ ਸੀ ਕਿ ਬਹੁਤ ਜ਼ਿਆਦਾ ਲੰਬਾ ਨਹੀਂ ਹੋਣਾ ਚਾਹੀਦਾ, ਕਿ ਇੰਨਾ ਕੁ ਹੋਵੇ ਵੀ ਇੱਕ ਦਿਨ ਦੇ ਵਿੱਚ ਉਹ ਪੂਰਾ ਹੋ ਜੇ, ਸੂਰਜ ਦੇ ਇੱਕ ਗੇੜ ਦੇ ਵਿੱਚ। ਕਹਿਣ ਦਾ ਭਾਵ ਕਿ 24 ਘੰਟਿਆਂ ਦੇ ਵਿੱਚ ਤਰਾਸਦੀ ਤੁਹਾਡੀ ਜਿਹੜੀ ਉਹ ਨਿਬੜ ਜਾਣੀ ਚਾਹੀਦੀ ਆ। ਅਤੇ ਉਹਨੇ ਕਿਹਾ ਸੀ ਬਾਹਲੀ ਛੋਟੀ ਵੀ ਨਹੀਂ ਹੋਣੀ ਚਾਹੀਦੀ। ਪਰ ਇੱਥੇ ਕਥਾਨਕ ਜਿਹੜਾ ਮਹਾਂਕਾਵ ਦਾ ਏ ਉਹਦੇ ਵਿੱਚ ਉਹ ਕਹਿ ਰਿਹਾ ਕਿ ਬਹੁਤ ਵਿਸਤ੍ਰਿਤ ਵੀ ਹੋ ਸਕਦਾ ਏ। ਉਹਦਾ ਕਾਰਨ ਕਿਤੇ ਨਾ ਕਿਤੇ ਇਹ ਆ ਕਿਉਂਕਿ ਤਰਾਸਦੀ ਜਿਹੜੀ ਆ ਉਹ ਸਟੇਜ 'ਤੇ ਖੇਡੀ ਜਾਣੀ ਹੁੰਦੀ ਆ, ਅਤੇ ਸਟੇਜ 'ਤੇ ਆਪਾਂ ਬਾਹਲੀ ਵਧਾ ਨਹੀਂ ਸਕਦੇ ਚੀਜ਼, ਕਿਉਂਕਿ ਜੇਕਰ ਤੁਸੀਂ ਬਹੁਤ ਲੰਬਾ ਲੈ ਜਾਓਗੇ ਤਾਂ ਤੁਹਾਡੇ ਜਿਹੜੇ ਦਰਸ਼ਕ ਹੈ ਉਹ ਅੱਕ ਜਾਣਗੇ, ਬੋਰ ਹੋ ਜਾਣਗੇ, ਸਟੇਜ ਦੇ ਮੂਹਰੋਂ ਉੱਠ ਕੇ ਚਲੇ ਵੀ ਜਾਣਗੇ। ਇਸ ਦੀ ਉਲਟ ਮਹਾਂਕਾਵ ਜਿਹੜਾ ਹੈ ਕਿਉਂਕਿ ਇੱਕ ਸੁਣਨ ਵਾਲੀ ਵਸਤੂ ਹੁੰਦੀ ਹੈ। ਅੱਛਾ, ਇਹਦੇ ਵਿੱਚ ਸਾਨੂੰ ਇੱਕ ਹੋਰ ਭੇਦ ਪਤਾ ਲੱਗ ਗਿਆ ਕਿ ਮਹਾਂਕਾਵ ਜਿਹੜਾ ਉਹ ਸ਼ਰਵ ਕਾਵ ਹੈ, ਮਤਲਬ ਸੁਣਨ ਵਾਲਾ, ਅਤੇ ਜਿਹੜੀ ਤਰਾਸਦੀ ਆ ਉਹ ਦ੍ਰਿਸ਼ ਕਾਵ ਹੈ, ਮਤਲਬ ਕਿ ਦੇਖਣ ਵਾਲੀ। ਠੀਕ ਹੈ, ਤਾਂ ਹੁਣ ਅਸੀਂ ਪੜ੍ਹਦੇ ਹਾਂ ਕਿ ਇਹ ਕਥਾਨਕ ਕਹਿੰਦਾ ਕਿਹੋ ਜਿਹਾ ਹੋਣਾ ਚਾਹੀਦਾ। ਕਹਿੰਦੇ ਯਥਾਰਥ ਨਾਲੋਂ ਚੰਗੇਰੇ ਜੀਵਨ ਦਾ ਚਿੱਤਰਣ ਹੁੰਦਾ ਹੈ। ਇੱਕ ਪਾਸੇ ਤਾਂ ਇਸ ਦੀ ਕਥਾ ਵਸਤੂ ਸ਼ੁੱਧ ਇਤਿਹਾਸਕ ਘਟਨਾਵਾਂ ਤੋਂ ਵੱਖਰੀ ਹੁੰਦੀ ਹੈ, ਦੂਜੇ ਪਾਸੇ ਪੂਰੀ ਤਰ੍ਹਾਂ ਕਾਲਪਨਿਕ ਵੀ ਨਹੀਂ ਹੁੰਦੀ। ਕਹਿੰਦਾ ਕਿ ਜਿਹੋ ਜਿਹਾ ਆਮ ਯਥਾਰਥ ਦਾ ਜੀਵਨ ਹੈ ਉਹਦੇ ਨਾਲੋਂ ਚੰਗਾ ਚਿੱਤਰਣ ਕੀਤਾ ਹੋਣਾ ਚਾਹੀਦਾ। ਮੰਨ ਲਓ ਕਿਸੇ ਰਾਜੇ ਬਾਰੇ ਕਿਸੇ ਨੇ ਮਹਾਂਕਾਵ ਲਿਖਣਾ ਹੈ ਤਾਂ ਜਿਹੜਾ ਕਵੀ ਆ ਉਸਨੂੰ ਇੰਨੀ ਕੁ ਖੁੱਲ੍ਹ ਹੁੰਦੀ ਹੈ ਕਿ ਭਾਈ ਉਹ ਜਿਹੜਾ ਕੁਛ ਉਹਦੇ ਜੀਵਨ ਦੇ ਵਿੱਚ ਰਾਜੇ ਦੇ ਅਸਲੀ ਹੋਇਆ ਏ ਉਹਦੇ ਨਾਲੋਂ ਵੱਖਰਾ ਵੀ ਕੁਝ ਕਲਪਨਾਮਈ ਸੁੰਦਰ ਗੱਲਾਂ ਉਹਦੇ ਵਿੱਚ ਜੋੜ ਸਕਦਾ ਏ। ਹੁਣ ਆ ਟਰੈਕਟਰ ਨੂੰ ਲੰਘ ਹੀ ਲੈਣ ਦੀ ਆਪਾਂ, ਚਲੋ ਗਿਆ। ਠੀਕ ਹੈ, ਤਾਂ ਕਹਿਣ ਦਾ ਭਾਵ ਕਿ ਥੋੜ੍ਹੀ ਜਿਹੀ ਕਲਪਨਾ ਉਹ ਜੋੜ ਦਿੰਦਾ। ਜਿਵੇਂ ਇੱਥੇ ਲਿਖਿਆ ਯਥਾਰਥ ਨਾਲੋਂ ਚੰਗੇਰੇ ਜੀਵਨ ਦਾ ਚਿੱਤਰਣ ਹੁੰਦਾ, ਕਿ ਜਿਹੋ ਜਿਹਾ ਅਸਲ ਜ਼ਿੰਦਗੀ ਦੇ ਵਿੱਚ ਕਿਸੇ ਨਾਇਕ ਦਾ ਜੀਵਨ ਹੈਗਾ ਉਹਦੇ ਨਾਲੋਂ ਵਧੀਆ ਜੀਵਨ ਉਹਨੇ ਚਿੱਤਰਨਾ ਹੈ। ਅਤੇ ਦੂਜਾ ਉਹ ਕਹਿੰਦਾ ਮਹਾਂਕਾਵ ਦੀ ਵਸਤੂ ਦਾ ਆਕਾਰ ਵਧੇਰੇ ਵਿਸ਼ਾਲ ਹੁੰਦਾ, ਇੱਕੋ ਸਮੇਂ ਅਨੇਕ ਘਟਨਾਵਾਂ ਦਾ ਵਰਣਨ ਹੁੰਦਾ, ਪਰ ਘਟਨਾਵਾਂ ਆਪਸ ਦੇ ਵਿੱਚ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਉਹੀ ਗੱਲ ਕਿ ਬਹੁਤ ਸਾਰੀਆਂ ਘਟਨਾਵਾਂ ਅਸੀਂ ਜੋੜ ਸਕਦੇ ਹਾਂ। ਮੰਨ ਲਓ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ 'ਤੇ ਮਹਾਂਕਾਵ ਲਿਖਣਾ ਤਾਂ ਉਹਦੇ 'ਚ ਬਹੁਤ ਸਾਰੀਆਂ ਘਟਨਾਵਾਂ ਜੋੜੀਆਂ ਜਾ ਸਕਦੀਆਂ। ਉਸਦੇ ਜਿਹੜੇ ਮਿਸਲਾਂ ਵਾਲੇ ਸਰਦਾਰ ਸੀ ਉਹਨਾਂ ਬਾਰੇ ਵੀ ਵਿੱਚ ਗੱਲਾਂ ਆ ਸਕਦੀਆਂ, ਪਰ ਇਹ ਨਹੀਂ ਕਿ ਤੁਸੀਂ ਉੱਗਦੀਆਂ ਪਤਾਲ ਮਾਰੋਗੇ। ਮਤਲਬ ਉਹ ਹਰੇਕ ਘਟਨਾ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਣਾ ਚਾਹੀਦਾ, ਇੱਕ ਦੂਜੇ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ। ਦੂਸਰਾ ਜਿਹੜਾ ਇੰਪੋਰਟੈਂਟ ਹੈ ਤੱਤ ਉਹ ਹੈਗਾ ਜੀ ਪਾਤਰ। ਤਾਂ ਪਾਤਰ ਬਾਰੇ ਉਹਨੇ ਇੱਕ ਹੀ ਗੱਲ ਲਿਖੀ ਹੈ ਜਿਹੜੀ ਮੈਂ ਸਾਹਮਣੇ ਤੁਹਾਡੇ ਲਿਖੀ ਹੋਈ ਹੈ ਕਿ ਮਹਾਂਕਾਵ ਅਤੇ ਤਰਾਸਦੀ ਵਿੱਚ ਇਹ ਸਮਾਨਤਾ ਹੈ ਕਿ ਉਸ ਵਿੱਚ ਵੀ ਉਚੇਰੀ ਪੱਧਰ ਦੇ ਪਾਤਰ ਦਾ ਛੰਦਬੱਧ ਅਨੁਕਰਨ ਹੁੰਦਾ। ਤਾਂ ਇੱਥੇ ਅਰਸਤੂ ਨੇ ਇਸ਼ਾਰਾ ਕਰਤਾ ਕਿ ਭਾਈ ਜਿਹੋ ਜਿਹੇ ਪਾਤਰ ਤਰਾਸਦੀ ਦੇ ਵਿੱਚ ਹੋਣੇ ਚਾਹੀਦੇ ਆ ਉਹੋ ਜਿਹੇ ਪਾਤਰ ਹੀ ਮਹਾਂਕਾਵ ਦੇ ਵਿੱਚ ਪਾਉਣੇ ਚਾਹੀਦੇ ਆ। ਤਾਂ ਅਸੀਂ ਪੜ੍ਹਿਆ ਸੀ ਕਿ ਤਰਾਸਦੀ 'ਚ ਕਿਹੋ ਜਿਹੇ ਪਾਤਰ ਹੋਣੇ ਚਾਹੀਦੇ ਆ, ਸਾਊ ਪਾਤਰ ਹੋਣੇ ਚਾਹੀਦੇ ਆ ਕਿ ਉਹਨਾਂ ਨੂੰ ਵੇਖ ਕੇ ਲੋਕਾਂ ਨੂੰ ਲੱਗੇ ਕਿ ਵਾਕਈ ਸਾਊ ਨੇ। ਦੂਜਾ ਸੰਪਦਾ ਵਾਲੇ, ਜੈਸਵਾਨ ਅਤੇ ਉੱਚੀ ਕੁੱਲ ਵਾਲੇ ਹੋਣੇ ਚਾਹੀਦੇ, ਉਹਨਾਂ ਕੋਲੇ ਸੰਪਤੀ ਹੋਣੀ ਚਾਹੀਦੀ ਹੈ, ਸਮਾਜ 'ਚ ਉਹਨਾਂ ਦਾ ਪ੍ਰਭਾਵ ਹੋਣਾ ਚਾਹੀਦਾ। ਅਤੇ ਤੀਜੇ ਨੰਬਰ 'ਤੇ ਮਨੁੱਖੀ ਗੁਣਾਂ ਵਾਲੇ ਹੋਣੇ ਚਾਹੀਦੇ ਆ ਕਿ ਉਹ ਹਿਊਮਨ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝਦੇ ਹੋਣ। ਇਹ ਨਹੀਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਜੇ ਕੋਈ ਮਰ ਗਿਆ ਖੱਪ ਗਿਆ ਉਹਨਾਂ 'ਤੇ ਕੋਈ ਅਸਰ ਹੀ ਨਾ ਹੋਵੇ, ਬਲਕਿ ਨਹੀਂ, ਉਹਨਾਂ ਦੇ ਵਿੱਚ ਬਹੁਤ ਇਮੋਸ਼ਨਲ ਟੱਚ ਹੋਣਾ ਚਾਹੀਦਾ। ਠੀਕ, ਅੱਗੇ ਹੈਗਾ ਜੀ ਵਿਚਾਰ ਤੱਤ। ਤਾਂ ਵਿਚਾਰ ਤੱਤ ਦੀ ਪਹਿਲਾਂ ਅਸੀਂ ਪੜ੍ਹ ਲੈਂਦੇ ਹਾਂ ਕਿ ਕੀ ਲਿਖਿਆ, ਫਿਰ ਮੈਂ ਤੁਹਾਨੂੰ ਸਮਝਾ ਦਿਆਂਗੀ। ਵਿਚਾਰ ਦੀ ਲੋੜ ਤਾਂ ਪੈਂਦੀ ਹੈ ਜੇ ਕਿਸੇ ਕਥਨ ਨੂੰ ਸਿੱਧ ਕੀਤਾ ਜਾਵੇ ਜਾਂ ਕਿਸੇ ਸਰਬ ਸਧਾਰਨ ਸੱਚ ਨੂੰ ਥਾਪਿਆ ਜਾਵੇ। ਵਿਚਾਰ ਉਹ ਹੈ ਜੋ ਵਾਣੀ ਦੁਆਰਾ ਉਤਪੰਨ ਹੁੰਦਾ ਹੈ। ਤਾਂ ਸਿੰਪਲ ਰੂਪ ਦੇ ਵਿੱਚ ਇਹਦਾ ਭਾਵ ਇਹ ਹੈ ਕਿ ਕੋਈ ਵੀ ਮਹਾਂਕਾਵ ਜਿਹੜਾ ਹੈ ਉਹ ਬਿਨਾਂ ਮਤਲਬ ਤੋਂ ਤਾਂ ਰਚਿਆ ਨਹੀਂ ਜਾਂਦਾ। ਜਿਹੜਾ ਕਵੀ ਹੈ ਉਸਨੇ ਦਰਸ਼ਕਾਂ ਦੇ ਵਿੱਚ, ਸਰੋਤਿਆਂ ਦੇ ਵਿੱਚ ਕੋਈ ਵਿਚਾਰ ਪ੍ਰਸਾਰਿਤ ਕਰਨਾ ਹੁੰਦਾ, ਚਾਹੇ ਤਾਂ ਉਹ ਦੇਸ਼ ਭਗਤੀ ਦੀ ਭਾਵਨਾ ਦਾ ਵਿਚਾਰ ਹੋਵੇ, ਚਾਹੇ ਇਮਾਨਦਾਰੀ ਦਾ ਹੋਵੇ, ਚਾਹੇ ਦਾਨ ਪੁੰਨ ਕਰਨ ਦਾ ਹੋਵੇ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਵੀ ਬਾਣੀ, ਮਤਲਬ ਜਿਹੜੀਆਂ ਵੀ ਗੱਲਾਂ ਮਹਾਂਕਾਵ ਦੇ ਵਿੱਚ ਪਾਤਰ ਬੋਲਣਗੇ ਉਹਦੇ ਵਿੱਚ ਸਾਨੂੰ ਉਹਦਾ ਵਿਚਾਰ ਜਿਹੜਾ ਉਹ ਪਤਾ ਲੱਗੂਗਾ। ਤਾਂ ਇਸ ਲਈ ਵਿਚਾਰ ਤੱਤ ਵੀ ਬਹੁਤ ਮਹੱਤਵਪੂਰਨ ਤੱਤ ਹੈ। ਇਹ ਨਹੀਂ ਕਿ ਅਸੀਂ ਸਿਰਫ ਕਿਸੇ ਦੀ ਵਡਿਆਈ ਹੀ ਕਰੀ ਜਾਣੀ ਆ ਮਹਾਂਕਾਵ ਦੇ ਵਿੱਚ, ਬਲਕਿ ਉਹ ਕੋਈ ਸੰਦੇਸ਼ ਵੀ ਤੁਹਾਨੂੰ ਦਿੰਦੇ ਹੋਣੇ ਚਾਹੀਦੇ ਆ। ਠੀਕ, ਤਾਂ ਅਗਲਾ ਹੈਗਾ ਜੀ ਚੌਥਾ ਅੰਗ ਪਦਾਵਲੀ ਅਤੇ ਛੰਦ। ਤਾਂ ਪਦਾਵਲੀ ਦੇ ਵਿੱਚ ਉਹੀ ਜਿਹੜੇ ਹੈ ਅੱਖਰਾਂ ਦੀ, ਸ਼ਬਦਾਂ ਦੀ ਗੱਲਬਾਤ ਆ ਜਾਂਦੀ ਹੈ। ਅਤੇ ਇਹ ਕਹਿੰਦੇ ਕਿ ਪਦਾਵਲੀ ਦੇ ਨਾਲ ਹੀ, ਕਿਉਂਕਿ ਜਿਹੋ ਜਿਹੇ ਅੱਖਰ ਸ਼ਬਦ ਲਿਖੇ ਹੋਣਗੇ ਉਹੋ ਜਿਹੀ ਸ਼ੈਲੀ ਬਣ ਜਾਊਗੀ। ਤਾਂ ਸ਼ੈਲੀ ਜਿਹੜੀ ਹੈ ਉਹ ਪ੍ਰਸੰਨ ਹੋਣੀ ਚਾਹੀਦੀ ਹੈ। ਕਹਿੰਦਾ ਭਾਵੇਂ ਇਹ ਨਹੀਂ ਕਿ ਤੁਹਾਨੂੰ ਬਹੁਤ ਬੋਝਲ ਜਿਹਾ ਲੱਗੇ ਜਾਂ ਬਹੁਤ ਘਟੀਆ ਜਿਹਾ ਲੱਗੇ, ਤੁਹਾਨੂੰ ਮਹਾਂਕਾਵ ਨੂੰ ਪੜ੍ਹ ਕੇ ਤੁਹਾਡੇ ਵਿੱਚ ਉਤਸ਼ਾਹ ਆਉਣਾ ਚਾਹੀਦਾ।
ਤਾਂ ਫਿਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹਦੇ ਬਾਰੇ ਪ੍ਰਸ਼ਨ ਬਣਦਾ ਹੁੰਦਾ ਹੈ ਉਹ ਇਹ ਹੈ ਕਿ ਮਹਾਂਕਾਵ ਦੇ ਵਿੱਚ ਸਿਰਫ ਇੱਕੋ ਛੰਦ ਵਰਤਿਆ ਜਾਣਾ ਚਾਹੀਦਾ ਹੈ। ਉਹ ਕਿਉਂ? ਉਹਦਾ ਕਾਰਨ ਇਹ ਹੈ, ਅਰਸਤੂ ਕਹਿੰਦਾ ਕਿ ਜੇ ਤੁਸੀਂ ਵਾਰ-ਵਾਰ ਛੰਦ ਬਦਲਦੇ ਰਹੋਗੇ, ਮੰਨ ਲਓ ਕਦੇ ਬੈਂਤ ਵਰਤ ਲਿਆ, ਕਦੇ ਦਵਈਆ ਵਰਤ ਲਿਆ, ਕਦੇ ਕੋਰੜਾ ਵਰਤ ਲਿਆ, ਕਵਿੱਤ ਵਰਤ ਲਿਆ, ਤਾਂ ਉਹਦੇ ਨਾਲ ਉਹ ਕਹਿੰਦਾ ਲੈ ਟੁੱਟ ਜੂਗੀ। ਇਸ ਲਈ ਵੀ ਜ਼ਰੂਰੀ ਹੈ ਤੁਸੀਂ ਇੱਕੋ ਹੀ ਛੰਦ ਵਰਤੋ। ਇਹਨਾਂ ਨੂੰ ਫੇਰ ਨੰਗ ਲੈਣ ਦਿਓ। ਆਈ ਐਮ ਸੋ ਸੌਰੀ, ਮੇਰੇ ਕੋਲ ਹੋਰ ਕੋਈ ਥਾਂ ਵੀ ਹੈ ਨਹੀਂ ਸ਼ਾਂਤੀ ਵਾਲਾ, ਅਤੇ ਤੁਹਾਨੂੰ ਦੱਸਿਆ ਸੀ ਕਿ ਸੜਕ 'ਤੇ ਘਰ ਹੋਣ ਕਰਕੇ ਇੱਕ ਸੀਜ਼ਨ ਚੱਲੀ ਜਾਂਦਾ ਤੂੜੀ ਦਾ। ਤਾਂ ਚਲੋ ਐਨੀਵੇਜ਼ ਮੈਂ ਦੁਬਾਰਾ ਦੁਹਰਾਉਂਦੀ ਹਾਂ ਕਿ ਮਹਾਂਕਾਵ ਦੇ ਵਿੱਚ ਸਿਰਫ ਇੱਕੋ ਛੰਦ ਵਰਤਿਆ ਜਾਣਾ ਚਾਹੀਦਾ ਹੈ। ਉਹਦਾ ਕਾਰਨ ਕੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਛੰਦ ਵਰਤਣ ਦੇ ਨਾਲ ਜਿਹੜੀ ਲੈਅ ਹੈ ਕਵਿਤਾ ਦੀ ਉਹ ਟੁੱਟ ਜੂਗੀ। ਤੁਹਾਨੂੰ ਦੋਸਤੋ ਪ੍ਰਸ਼ਨ ਇਹ ਆ ਸਕਦਾ ਹੈ ਕਿ ਕਿੰਨੇ ਛੰਦ ਵਰਤੇ ਹੋਣੇ ਚਾਹੀਦੇ ਅਰਸਤੂ ਅਨੁਸਾਰ, ਤਾਂ ਉਹਦਾ ਜਵਾਬ ਹੈ 1। ਜਾਂ ਤੁਹਾਨੂੰ ਪ੍ਰਸ਼ਨ ਆ ਸਕਦਾ ਹੈ ਕਿ ਇੱਕ ਛੰਦ ਕਿਉਂ ਵਰਤਣਾ ਚਾਹੀਦਾ, ਤਾਂ ਉਹਦਾ ਜਵਾਬ ਹੋਊਗਾ ਲੈ ਬਣੀ ਰਹਿੰਦੀ ਹੈ, ਲੈ ਟੁੱਟ ਜਾਂਦੀ ਹੈ ਜੇ ਵੱਖ-ਵੱਖ ਤਰ੍ਹਾਂ ਦੇ ਛੰਦ ਵਰਤੇ ਹੋਣ ਤਾਂ। ਇਸ ਤੋਂ ਬਾਅਦ ਉਹਨਾਂ ਨੇ ਛੰਦ ਦਾ ਨਾਮ ਲਿਆ ਹੈ ਖਟਪਦੀ ਵੀਰ ਛੰਦ। ਤੁਸੀਂ ਇਹ ਯਾਦ ਰੱਖ ਲੈਣਾ, ਖਟਪਦੀ ਵੀਰ ਛੰਦ ਕਹਿੰਦੇ ਉਹ ਵਧੇਰੇ ਵਢੱਤਨਕਾਰੀ ਅਤੇ ਅਨੁਕੂਲ ਸਿੱਧ ਹੁੰਦਾ, ਵੀ ਇਹ ਵਰਤ ਲੈਣਾ ਚਾਹੀਦਾ ਹੈ, ਹਾਲਾਂਕਿ ਕੋਈ ਬੰਦਿਸ਼ ਨਹੀਂ ਹੈਗੀ। ਫਿਰ ਕਹਿੰਦੇ ਛੰਦ ਦੀ ਚੋਣ ਜਿਹੜੀ ਹੈ ਉਹ ਕੋਈ ਪੂਰਬਲਾ ਨਿਯਮ ਨਹੀਂ ਬਣਿਆ ਹੋਇਆ ਕਿ ਇਸ ਆਹ ਵਾਲਾ ਛੰਦ ਇਹਦੇ 'ਚ ਵਰਤਣਾ, ਆਹ ਵਾਲਾ ਛੰਦ ਇਹਦੇ 'ਚ ਵਰਤਣਾ, ਬਲਕਿ ਉਹ ਕਹਿੰਦੇ ਜਿਹੋ ਜਿਹੀ ਮਹਾਂਕਾਵ ਦੀ ਪ੍ਰਕਿਰਤੀ ਇਹੋ ਜਿਹਾ ਛੰਦ ਤੁਹਾਨੂੰ ਵਰਤ ਲੈਣਾ ਚਾਹੀਦਾ। ਮੰਨ ਲਓ ਜੇ ਕਿਸੇ ਯੋਧੇ ਬਾਰੇ ਮਹਾਂਕਾਵ ਲਿਖਿਆ ਗਿਆ ਹੈ ਤਾਂ ਉਹ ਵੀਰ ਛੰਦ ਉਹਦੇ ਲਈ ਵਧੀਆ ਰਹੂਗਾ, ਅਤੇ ਜੇ ਕੋਈ ਰੋਮੈਂਟਿਕ ਮਹਾਂਕਾਵ ਹੈ ਤਾਂ ਉਹਦੇ ਵਿੱਚ ਉਹੋ ਜਿਹਾ ਛੰਦ ਵਰਤ ਲਿਆ ਜਾਊਗਾ। ਜਿਸ ਤਰ੍ਹਾਂ ਹੁਣ ਹੀਰ ਦਾ ਕਿੱਸਾ ਅਸੀਂ ਪੜ੍ਹਦੇ ਹਾਂ ਤਾਂ ਜਿਸ ਨੇ ਬੈਂਤ ਛੰਦ ਵਰਤਿਆ ਹੈ, ਤਾਂ ਇਸ ਤਰ੍ਹਾਂ ਸਥਿਤੀ ਅਨੁਸਾਰ ਪ੍ਰਕਿਰਤੀ ਅਨੁਸਾਰ ਛੰਦ ਜਿਹੜੇ ਆ ਵਰਤੇ ਜਾ ਸਕਦੇ ਆ। ਤਾਂ ਦੋਸਤੋ ਇਹ ਸੀ ਸਾਡੀ ਛੋਟੀ ਜਿਹੀ ਗੱਲਬਾਤ ਮਹਾਂਕਾਵ ਦੇ ਬਾਰੇ। ਅਗਲੀ ਜਿਹੜੀ ਸਾਡੀ ਵੀਡੀਓ ਆਊਗੀ ਉਹ ਆਊਗੀ ਮਹਾਂਕਾਵ ਅਤੇ ਤਰਾਸਦੀ ਦੇ ਵਿੱਚ ਅੰਤਰ। ਤਾਂ ਤੁਹਾਨੂੰ ਉਹ ਵੀਡੀਓ ਬਿਲਕੁਲ ਸੌਖੀ ਸਮਝ ਆ ਜਾਊਗੀ, ਕਿਉਂਕਿ ਅਸੀਂ ਮਹਾਂਕਾਵ ਬਾਰੇ ਵੀ ਪੜ੍ਹ ਲਿਆ ਹੈ, ਇਸ ਤੋਂ ਪਹਿਲਾਂ ਤਰਾਸਦੀ ਬਾਰੇ ਵੀ ਪੜ੍ਹ ਲਿਆ ਹੈ। ਤਾਂ ਮੈਂ ਤੁਹਾਡੇ ਤੋਂ ਆਸ ਕਰੂੰਗੀ ਕਿ ਤੁਸੀਂ ਇਹ ਨੋਟਸ ਲੈ ਕੇ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ। ਅਤੇ ਫਿਰ ਅਸੀਂ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਮੈਂ ਕੁਝ ਲੇਖਕਾਂ ਦੀਆਂ ਕਿਤਾਬਾਂ ਲੈ ਕੇ ਆਇਆ ਕਰੂੰਗੀ, ਜਿਸ 'ਤੇ ਤੁਹਾਨੂੰ ਪਤਾ ਲੱਗ ਜੂਗਾ ਕਿਹੜੀ ਕਿਤਾਬ ਕਿਹੜੇ ਲੇਖਕ ਨੇ ਲਿਖੀ ਹੈ। ਇਹ ਲੜੀ ਅਸੀਂ ਲਗਾਤਾਰ ਚਲਾਵਾਂਗੇ, ਤਾਂ ਕਿਉਂਕਿ ਪਿਛਲੇ ਸਾਲਾਂ ਤੋਂ ਨੈੱਟ ਦੇ ਪੇਪਰ ਦੇ ਵਿੱਚ ਪ੍ਰਸ਼ਨ ਅਜਿਹੇ ਹੀ ਆ ਰਹੇ ਆ। ਘੱਟੋ ਘੱਟ 4 ਤੋਂ 5 ਪ੍ਰਸ਼ਨ ਜ਼ਰੂਰ ਅਜਿਹੇ ਪਏ ਹੁੰਦੇ ਆ ਜਿਹਦੇ ਵਿੱਚ ਇਹ ਦੱਸਣਾ ਹੁੰਦਾ ਕਿ ਫਲਾਨੀ ਕਿਤਾਬ ਦਾ ਲੇਖਕ ਕੌਣ ਹੈ ਜਾਂ ਫਲਾਣੇ ਲੇਖਕ ਨੇ ਕਿਹੜੀ ਕਿਤਾਬ ਲਿਖੀ ਹੈ। ਸੋ ਤੁਸੀਂ ਵੀ ਆਪਣੀ ਜੇਕਰ ਤਿਆਰੀ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੇ ਨੋਟਸ ਆਪਣੇ ਜ਼ਰੂਰ ਬਣਾ ਕੇ ਰੱਖੋ, ਤਾਂ ਕਿ ਤੁਸੀਂ ਅਜਿਹੇ ਪ੍ਰਸ਼ਨਾਂ ਤੋਂ ਮਾਰ ਨਾ ਖਾਵੋ। ਤੁਹਾਡਾ ਬਹੁਤ ਬਹੁਤ ਧੰਨਵਾਦ।